हेलो एवरीवन, ये वीडियो जो है काफ़ी इंपॉर्टेंट होने वाली है वो लोगों ਲਈ जो एग्रीकल्चर हॉर्टिकल्चर एंड फ्लोरिकल्चर फील्ड तो बिलोंग करते हैं और कनाडा जो है वो जाके पीआर लेना चाहते हैं। तो एक न्यूज़ जो है कल 8 मई 2023 ਨੂੰ ਸਵੇਰੇ 9 ਵਜੇ ਕੈਨੇਡੀਅਨ ਮਿਨਿਸਟਰ ਵੱਲੋਂ ਆਈ ਹੈ ਕਿ ਉਹ ਆਪਣਾ ਐਗਰੀ ਫੂਡ ਪਾਇਲਟ ਪ੍ਰੋਗਰਾਮ ਨੂੰ ਜੋ ਹੈ ਉਹ ਐਕਸਟੈਂਡ ਕਰ ਰਹੇ ਹਨ। ਕੈਨੇਡਾ ਨੇ 2020 ਦੇ ਵਿੱਚ ਇੱਕ ਪ੍ਰੋਗਰਾਮ ਲਾਂਚ ਕੀਤਾ ਸੀ ਜਿਹਦਾ ਨਾਮ ਸੀ ਐਗਰੀ ਫੂਡ ਪਾਇਲਟ ਪ੍ਰੋਗਰਾਮ। ਇਹ ਪ੍ਰੋਗਰਾਮ 2022 ਅਕਤੂਬਰ ਤੱਕ ਕਾਫੀ ਵਧੀਆ ਚੱਲਦਾ ਰਿਹਾ, ਜਿਹਦੇ ਵਿੱਚ 2750 ਦੇ ਕਰੀਬ ਹਰ ਸਾਲ ਐਪਲੀਕੈਂਟਸ ਆਪਣੀ ਫਾਈਲ ਜੋ ਹੈ ਉਹ ਲਾਂਚ ਕਰਦੇ ਨੇ। ਪਰ ਇਹ ਪ੍ਰੋਗਰਾਮ ਨੂੰ ਜਿਵੇਂ ਹੀ 2022 ਅਕਤੂਬਰ ਦੇ ਵਿੱਚ ਬੰਦ ਕੀਤਾ ਗਿਆ ਤਾਂ ਕਾਫੀ ਸਾਰੇ ਲੋਕ ਨਿਰਾਸ਼ ਹੋ ਗਏ ਕਿਉਂਕਿ ਉਹ ਆਪਣੀ ਫਾਈਲ ਜੋ ਹੈ ਉਹ ਕੈਨੇਡਾ ਦੇ ਵਿੱਚ ਨਹੀਂ ਲਗਾ ਸਕਦੇ ਸਨ। ਕੱਲ ਜੋ ਅਪਡੇਟ ਆਈ ਹੈ ਉਹਦੇ ਅਕੋਰਡਿੰਗ ਕੈਨੇਡਾ ਇਸ ਪ੍ਰੋਗਰਾਮ ਨੂੰ ਜੋ ਹੈ ਐਕਸਟੈਂਡ ਕਰ ਰਿਹਾ ਹੈ ਅਗਲੇ 2 ਸਾਲਾਂ ਲਈ। ਜੀ ਹਾਂ, 14 ਮਈ 2025 ਤੱਕ ਇਸ ਪ੍ਰੋਗਰਾਮ ਨੂੰ ਜੋ ਹੈ ਉਹ ਐਕਸਟੈਂਡ ਕਰ ਦਿੱਤਾ ਗਿਆ ਹੈ। ਸੋ ਐਗਰੀ ਫੂਡ ਪਾਇਲਟ ਪ੍ਰੋਗਰਾਮ ਦੇ ਬਾਰੇ ਅੱਜ ਅਸੀਂ ਡਿਸਕਸ ਕਰਾਂਗੇ, ਇਹਦੇ ਪ੍ਰੋਸੈਸ ਬਾਰੇ ਡਿਸਕਸ ਕਰਾਂਗੇ, ਇਹਦੀ ਫਾਈਲਿੰਗ ਪ੍ਰੋਸੈਸ ਦੀ ਗੱਲ ਕਰਾਂਗੇ, ਤੁਸੀਂ ਕਿੱਦਾਂ ਜੌਬ ਆਫਰ ਲੈ ਸਕਦੇ ਹੋ ਕੈਨੇਡਾ ਜਾਣ ਵਾਸਤੇ, ਸਭ ਕੁਝ ਡਿਸਕਸ ਕੀਤਾ ਜਾਏਗਾ। ਤੇ ਅਸੀਂ ਇਸ ਪ੍ਰੋਗਰਾਮ ਦੇ ਥੋੜੇ ਬੈਕਗ੍ਰਾਉਂਡ ਦੇ ਬਾਰੇ ਮੈਂ ਤੁਹਾਡੇ ਨਾਲ ਡਿਸਕਸ ਕਰਾਂਗਾ। ਇਹ ਪਾਇਲਟ ਪ੍ਰੋਗਰਾਮ ਪਹਿਲੇ ਤਾਂ ਬਹੁਤ ਸਕਸੈਸਫੁਲ ਰਿਹਾ ਐਂਡ ਕੈਨੇਡੀਅਨ ਐਗਰੀ ਫੂਡ ਸੈਕਟਰ ਦੀ ਇਹਦੇ ਵਿੱਚ ਡਿਮਾਂਡ ਵੀ ਬਹੁਤ ਜ਼ਿਆਦਾ ਸੀ। ਇਸ ਪ੍ਰੋਗਰਾਮ ਦੇ ਬੰਦ ਹੋਣ ਤੋਂ ਬਾਅਦ ਕੈਨੇਡਾ ਦੀ ਮਸ਼ਰੂਮ ਇੰਡਸਟਰੀ ਤੇ ਕੈਨੇਡਾ ਦੀ ਮੀਟ ਪ੍ਰੋਡਕਸ਼ਨ ਇੰਡਸਟਰੀ ਨੇ ਗਵਰਨਮੈਂਟ ਨੂੰ ਦੁਬਾਰਾ ਰਿਕਮੈਂਡੇਸ਼ਨਸ ਭੇਜੀਆਂ ਕਿ ਸਾਨੂੰ ਇਹਨਾਂ ਵਰਕਰਸ ਦੀ ਰਿਕੁਆਇਰਮੈਂਟ ਹੈ ਤੇ ਕਾਈਂਡਲੀ ਇਸ ਪ੍ਰੋਗਰਾਮ ਨੂੰ ਜੋ ਹੈ ਸਟਾਰਟ ਕੀਤਾ ਜਾਏ। ਸੋ ਇਹ ਪ੍ਰੋਸੈਸ ਦੇ ਬਾਰੇ, ਇਸ ਪ੍ਰੋਸੈਸ ਦੇ ਵਿੱਚ ਐਗਰੀ ਫੂਡ ਪਾਇਲਟ ਪ੍ਰੋਗਰਾਮ ਦੇ ਪ੍ਰੋਸੈਸ ਵਿੱਚ ਤੁਸੀਂ ਕਿੱਦਾਂ ਐਲੀਜੀਬਲ ਹੋ, ਅੱਜ ਅਸੀਂ ਉਹਦੀ ਗੱਲ ਕਰਾਂਗੇ। ਸਭ ਤੋਂ ਪਹਿਲਾ ਪੁਆਇੰਟ, ਤੁਸੀਂ ਇਹਦੇ ਵਿੱਚ ਐਲੀਜੀਬਲ, ਤੁਹਾਡੇ ਕੋਲ ਐਲੀਜੀਬਲ ਕੈਨੇਡੀਅਨ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਕੈਨੇਡਾ ਦੀ ਇੱਕ ਜਾਂ ਇੱਕ ਤੋਂ ਜ਼ਿਆਦਾ ਐਲੀਜੀਬਲ ਇੰਡਸਟਰੀ ਜਾਂ ਆਕੂਪੇਸ਼ਨ ਦੇ ਵਿੱਚ। ਦੂਸਰਾ ਪ੍ਰੋਸੈਸ ਦਾ ਪਾਰਟ ਹੈ ਕਿ ਤੁਸੀਂ ਫੁੱਲ ਟਾਈਮ ਨੌਨ ਸੀਜ਼ਨਲ ਨਹੀਂ, ਨੌਨ ਸੀਜ਼ਨਲ ਫੁੱਲ ਟਾਈਮ ਜੌਬ ਆਫਰ ਤੇ ਕੰਮ ਕਰਦੇ ਹੋਣੇ ਚਾਹੀਦੇ ਹੋ ਕੈਨੇਡੀਅਨ ਇੰਪਲੋਇਰ ਵੱਲੋਂ ਐਲੀਜੀਬਲ ਇੰਡਸਟਰੀ ਦੇ ਵਿੱਚ ਜਾਂ ਐਲੀਜੀਬਲ ਆਕੂਪੇਸ਼ਨ ਦੇ ਵਿੱਚ। ਤੀਸਰਾ, ਤੁਸੀਂ ਲੈਂਗੁਏਜ ਰਿਕੁਆਇਰਮੈਂਟ ਨੂੰ ਮੀਟ ਕਰਦੇ ਹੋਣੇ ਚਾਹੀਦੇ ਹੋ। फोर्थ पॉइंट है ਤੁਹਾਡੀ एजुकेशनल रिक्वायरमेंट जो है वो मैच करनी चाहिए है कैनेडियन जॉब मार्केट के अकॉर्डिंग। नेक्स्ट पॉइंट है ਤੁਹਾਡੇ ਕੋਲ सेटलमेंट वास्ते जो है वो फंड्स होने चाहिए हैं। चलो स्टार्ट करते हैं पहले पॉइंट तो एलिजिबल कैनेडियन वर्क एक्सपीरियंस के बारे। वर्क एक्सपीरियंस की अगर ਅਸੀਂ ਗੱਲ ਕਰੀਏ ਤਾਂ वर्क एक्सपीरियंस ਦੀ ਡੈਫੀਨੇਸ਼ਨ ਇਹ ਹੈ ਕੈਨੇਡੀਅਨ वर्क एक्सपीरियंस ਦੀ ਕਿ ਤੁਹਾਡੇ ਕੋਲ 1 ਸਾਲ ਦਾ ਮਿਨੀਮਮ ਨੌਨ ਸੀਜ਼ਨਲ वर्क एक्सपीरियंस ਹੋਣਾ ਚਾਹੀਦਾ ਪਿਛਲੇ 3 ਸਾਲਾਂ ਦੇ ਵਿੱਚ। ਇਹਦਾ ਮਤਲਬ 1560 ਘੰਟੇ 1560 ਆਵਰਸ ਤੁਸੀਂ ਉੱਥੇ ਕੰਮ ਕੀਤਾ ਹੋਣਾ ਚਾਹੀਦਾ ਹੈ। ਹੁਣ ਅਗਰ ਅਸੀਂ ਗੱਲ ਕਰੀਏ ਨੌਨ ਸੀਜ਼ਨਲ ਦੀ, ਨੌਨ ਸੀਜ਼ਨਲ ਵਰਕਰ ਉਹ ਹੁੰਦੇ ਹਨ ਜਿਨ੍ਹਾਂ ਨੂੰ ਕੰਸਿਸਟੈਂਟਲੀ ਐਂਡ रेगुलरली शेड्यूल्ड पेमेंट मिलती है। रेगुलरली शेड्यूल्ड मीन्स कि उन्होंने रेगुलर पेमेंट मिलती है, फुल टाइम ते होंदे, पार्ट टाइम वर्कर ਇਹਦੇ ਵਿੱਚ ਕੰਸੀਡਰ ਜੋ ਹੈ ਉਹ ਨਹੀਂ ਕੀਤੇ ਜਾਂਦੇ। ਦੂਸਰਾ, ਅਸੀਂ ਅਗਰ ਗੱਲ ਕਰੀਏ ਫੁੱਲ ਟਾਈਮ ਵਰਕ ਦੀ ਤੇ ਫੁੱਲ ਟਾਈਮ ਵਰਕ ਦਾ ਡੈਫੀਨੇਸ਼ਨ ਹੈ ਐਟ ਲੀਸਟ 30 ਆਵਰ ਪਰ ਵੀਕ ਦੇ ਵਿੱਚ ਤੁਹਾਨੂੰ ਸੈਲਰੀ ਮਿਲਦੀ ਹੋਣੀ ਚਾਹੀਦੀ ਹੈ ਜਾਂ ਜੋ ਹੈ ਕਮਿਸ਼ਨ ਤੁਸੀਂ ਅਰਨ ਕਰਦੇ ਹੋਣੇ ਚਾਹੀਦੇ ਹੋ। ਸੋ ਵਰਕ ਪਰਮਿਟ ਦਾ ਇਹ ਪਹਿਲਾ ਪੁਆਇੰਟ ਸੀ। ਦੂਸਰਾ ਪੁਆਇੰਟ ਹੈ ਇੱਕ ਜਾਂ ਇੱਕ ਤੋਂ ਜ਼ਿਆਦਾ ਐਲੀਜੀਬਲ ਆਕੂਪੇਸ਼ਨ ਇੰਡਸਟਰੀ ਦੇ ਵਿੱਚ ਤੁਸੀਂ ਕੰਮ ਕੀਤਾ ਹੋਣਾ ਚਾਹੀਦਾ ਹੈ। ਅਗਰ ਅਸੀਂ ਗੱਲ ਕਰ ਰਹੇ ਹਾਂ ਐਲੀਜੀਬਲ ਆਕੂਪੇਸ਼ਨ ਐਂਡ ਐਲੀਜੀਬਲ ਇੰਡਸਟਰੀ ਦੇ ਬਾਰੇ, ਅਗਰ ਮੈਂ ਤੁਹਾਨੂੰ ਐਲੀਜੀਬਲ ਆਕੂਪੇਸ਼ਨ ਐਂਡ ਇੰਡਸਟਰੀ ਬਾਰੇ ਦੱਸਾਂ ਤਾਂ ਐਲੀਜੀਬਲ ਇੰਡਸਟਰੀਜ਼ ਕਿਹੜੀ ਹੋ ਸਕਦੀ ਹੈ ਇਹਨਾਂ ਦੇ ਵਿੱਚ। ਪਹਿਲੀ ਇੰਡਸਟਰੀ ਹੈ ਮੀਟ ਪ੍ਰੋਡਕਟ ਮੈਨੂਫੈਕਚਰਿੰਗ ਇੰਡਸਟਰੀ, ਦੂਸਰੀ ਹੈ ग्रीन हाउस, नर्सरी, फ्लोरिकल्चर प्रोडक्शन इंडस्ट्री एंड मशरूम इंडस्ट्री, थर्ड है एनिमल प्रोडक्शन इंडस्ट्री। ये एलिजिबल इंडस्ट्रीज ने एग्री फूड पायलट प्रोग्राम दे विच। इन्हां दी डिटेल तुसी NAICS दी वेबसाइट ते जाके ले सकते हो जो कि है नॉर्थ अमेरिकन इंडस्ट्री क्लासिफिकेशन सिस्टम। इस वेबसाइट ते तुहानू काफ़ी सारी इंडस्ट्रीज दी डिटेल मिलेगी एलिजिबल इंडस्ट्रीज दी जिहदे विच तुसी अपना एग्री फूड पायलट प्रोग्राम लई अप्लाई कर सकते हो। दूसरा पॉइंट है एलिजिबल ऑक्यूपेशन। एलिजिबल ऑक्यूपेशन का मतलब है ਤੁਹਾਨੂੰ ਆਪਣਾ ਜੋ ਹੈ ਨੈਸ਼ਨਲ ਆਕੂਪੇਸ਼ਨ ਕਲਾਸੀਫਿਕੇਸ਼ਨ ਨੋ ਕੋਡ ਜਿਹਨੂੰ ਕਿਹਾ ਹੈ ਉਹ ਚੈੱਕ ਕਰਨਾ ਪਏਗਾ ਕਿ ਤੁਸੀਂ ਇਹਦੇ ਵਿੱਚ ਐਲੀਜੀਬਲ ਹੋ ਜਾਂ ਨਹੀਂ। ਨੋ ਕੋਡ ਦੇ ਬਾਰੇ ਇੱਕ ਅਪਡੇਟ ਦੇ ਦੇਣਾ, ਨੋ ਕੋਡ 16 ਨਵੰਬਰ 2022 ਤੋਂ ਜੋ ਹੈ ਉਹ ਚੇਂਜ ਹੋ ਗਏ ਐਂਡ ਨੋ ਕੋਡ 2021 ਟਰਮ ਜੋ ਹੈ ਉਹ ਇੰਟਰੋਡਿਊਸ ਕੀਤੀ ਗਈ।
ਅਗਰ ਆਪਾਂ ਐਲੀਜੀਬਲ ਆਕੂਪੇਸ਼ਨਸ ਦੀ ਗੱਲ ਕਰੀਏ ਇਹਨਾਂ ਦੇ ਵਿੱਚ, ਤਾਂ ਪਹਿਲਾ ਮੀਟ ਪ੍ਰੋਡਕਟ ਮੈਨੂਫੈਕਚਰਿੰਗ ਦੇ ਅਕੋਰਡਿੰਗ ਜੋ ਆਕੂਪੇਸ਼ਨਸ ਹੈ, ਮੀਟ ਕਟਰ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ, ਇੰਡਸਟਰੀਅਲ ਬੁਚਰ ਮੀਟ ਕਟਿੰਗ ਦਾ ਐਕਸਪੀਰੀਅੰਸ ਹੈ, ਲਾਈਵ ਸਟਾਕ ਲੇਬਰ ਦਾ ਐਕਸਪੀਰੀਅੰਸ ਹੈ, ਤੁਸੀਂ ਆ ਸਕਦੇ ਹੋ। ਅਗਰ ਗ੍ਰੀਨ ਹਾਊਸ ਦੇ ਵਿੱਚ ਤੁਹਾਡੇ ਕੋਲ ਐਕਸਪੀਰੀਅੰਸ ਹੈ, ਐਗਰੀਕਲਚਰ ਸਰਵਿਸਿਜ਼ ਕੰਟਰੈਕਟ ਦਾ ਐਕਸਪੀਰੀਅੰਸ ਹੈ, ਤੁਸੀਂ ਆ ਸਕਦੇ ਹੋ। ਥਰਡ ਕੈਟੇਗਰੀ ਐਨੀਮਲ ਪ੍ਰੋਡਕਸ਼ਨ ਦੀ ਅਗਰ ਗੱਲ ਕੀਤੀ ਜਾਵੇ ਤਾਂ ਐਨੀਮਲ ਪ੍ਰੋਡਕਸ਼ਨ ਦੇ ਵਿੱਚ ਹਾਰਵੈਸਟਿੰਗ ਲੇਬਰ ਦਾ ਤੁਸੀਂ ਕੰਮ ਕੀਤਾ ਹੈ, ਐਗਰੀਕਲਚਰ ਸਰਵਿਸ ਕੰਟਰੈਕਟ ਦਾ ਕੰਮ ਕੀਤਾ ਹੈ, ਫਾਰਮ ਸੁਪਰਵਾਈਜ਼ਰ ਦਾ ਕੰਮ ਕੀਤਾ ਹੈ, ਤਾਂ ਤੁਸੀਂ ਆ ਸਕਦੇ ਹੋ। ਇੱਕ ਚੀਜ਼ ਦਾ ਇਹਦੇ ਵਿੱਚ ਧਿਆਨ ਰੱਖਣਾ, ਜਿੰਨੇ ਵੀ ਐਲੀਜੀਬਲ ਆਕੂਪੇਸ਼ਨਸ ਹੈ ਇਹਨਾਂ ਵਿੱਚ ਮੈਕਸਿਮਮ ਐਪਲੀਕੇਸ਼ਨ 2750 ਹੀ ਐਕਸੈਪਟ ਹੋਣਗੀਆਂ ਪਰ ਈਅਰ ਦੇ ਵਿੱਚ। ਸੋ ਤੁਸੀਂ ਵੀ ਆਪਣਾ ਆਕੂਪੇਸ਼ਨ ਚੈੱਕ ਕਰ ਸਕਦੇ ਹੋ। ਅਗਰ ਤੁਸੀਂ ਉਸ ਐਲੀਜੀਬਲ ਇੰਡਸਟਰੀ, ਅਗਰ ਤੁਸੀਂ ਮੀਟ ਇੰਡਸਟਰੀ 'ਚ ਕੰਮ ਕੀਤਾ ਹੈ, ਆਪਣਾ ਐਲੀਜੀਬਲ ਆਕੂਪੇਸ਼ਨ ਨੌਕ ਕੋਡ ਚੈੱਕ ਕਰ ਸਕਦੇ ਹੋ। ਅਗਰ ਤੁਹਾਨੂੰ ਨੌਕ ਕੋਡ ਨਹੀਂ ਪਤਾ ਤਾਂ ਤੁਸੀਂ ਸਾਡੀ ਟੀਮ ਦੇ ਨਾਲ ਕੰਟੈਕਟ ਕਰ ਸਕਦੇ ਹੋ। ਅਸੀਂ ਤੁਹਾਨੂੰ ਤੁਹਾਡਾ ਨੌਕ ਕੋਡ, ਉਹਦੇ ਅਕੋਰਡਿੰਗ ਬਾਕੀ ਦੀ ਗਾਈਡੈਂਸ ਜੋ ਹੈ ਉਹ ਪ੍ਰੋਵਾਈਡ ਕਰਾਂਗੇ। ਸੋ ਵਰਕ ਐਕਸਪੀਰੀਅੰਸ ਤੇ ਵਾਪਸ ਆਨੇ ਹਾਂ। ਵਰਕ ਐਕਸਪੀਰੀਅੰਸ ਦਾ ਥਰਡ ਪੁਆਇੰਟ ਹੈ ਤੁਹਾਡੇ ਕੋਲ ਟੈਂਪਰੇਰੀ ਫੋਰਨ ਵਰਕ ਪ੍ਰੋਗਰਾਮ ਦੇ ਥਰੂ ਵੀ ਐਕਸਪੀਰੀਅੰਸ ਅਗਰ ਹੈ ਤਾਂ ਤੁਸੀਂ ਆ ਸਕਦੇ ਹੋ। ਸਿੰਪਲੀਫਾਈ ਵਰਡਸ 'ਚ ਬੋਲਾਂ ਤਾਂ ਲੀਮੀਆ, ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਵੀ ਅਗਰ ਤੁਸੀਂ ਤੁਹਾਡੇ ਕੋਲ ਹੈ, ਉਹਦੇ ਵਿੱਚ ਤੁਹਾਡੇ ਕੋਲ ਐਟਲੀਸਟ 12 ਮੰਥ ਡਿਊਰੇਸ਼ਨ ਦਾ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਕੈਨੇਡੀਅਨ ਇੰਪਲੋਇਰ ਵੱਲੋਂ, ਤਾਂ ਤੁਸੀਂ ਜੋ ਹੈ ਉਹਦੇ ਵਿੱਚ ਆ ਕੇ ਅਪਲਾਈ ਕਰ ਸਕਦੇ ਹੋ। ਓਪਨ ਵਰਕ ਪਰਮਿਟ ਦੀ ਅਗਰ ਗੱਲ ਕੀਤੀ ਜਾਵੇ, ਇਹਦੇ ਵਿੱਚ ਅਗਰ ਤੁਸੀਂ ਕੈਨੇਡਾ ਦੇ ਵਿੱਚ ਓਪਨ ਵਰਕ ਪਰਮਿਟ ਤੇ ਹੋ ਤਾਂ ਤੁਸੀਂ ਇਹਦੇ ਵਿੱਚ ਡਾਇਰੈਕਟਲੀ ਅਪਲਾਈ ਨਹੀਂ ਕਰ ਸਕਦੇ, ਬਟ ਅਗਰ ਤੁਹਾਡੇ ਕੋਲ ਟੈਂਪਰੇਰੀ ਫੋਰਨ ਵਰਕ ਐਕਸਪੀਰੀਅੰਸ ਹੈ ਲੀਮੀਆ ਦੇ ਥਰੂ, ਅਗਰ ਇਹਦਾ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਜੋ ਹੈ ਉਹ ਕਰ ਸਕਦੇ ਹੋ। ਤੁਹਾਡਾ ਓਪਨ ਵਰਕ ਪਰਮਿਟ ਦਾ ਐਕਸਪੀਰੀਅੰਸ ਇਹਦੇ ਵਿੱਚ ਕਾਊਂਟ ਨਹੀਂ ਕੀਤਾ ਜਾਏਗਾ। ਇਸ ਚੀਜ਼ ਦਾ ਜੋ ਹੈ ਤੁਹਾਨੂੰ ਧਿਆਨ ਰੱਖਣਾ ਪਏਗਾ। ਤੁਸੀਂ ਆਪਣੇ ਵਰਕ ਆਵਰਸ ਵੀ ਕੰਸੀਡਰ ਕਿੱਦਾਂ ਕਰਨੇ ਹੈ ਉਹਦੇ ਬਾਰੇ ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦਿੰਨਾ। ਪਹਿਲਾ ਪੁਆਇੰਟ ਹੈਗਾ ਵੇ ਕਿ ਤੁਸੀਂ ਆਪਣਾ ਫੁੱਲ ਟਾਈਮ ਜੌਬ ਜੋ ਹੈ ਉਹ ਕੰਸੀਡਰ ਕਰ ਸਕਦੇ ਹੋ। ਅਗਰ ਤੁਸੀਂ ਪਿਛਲੇ 12 ਮਹੀਨੇ ਦੇ ਵਿੱਚ 30 ਆਰ ਦੇ ਕੰਟੈਕਟ ਆਵਰਸ ਤੁਹਾਡੇ ਹੈਗੇ ਆ, ਤੁਸੀਂ ਇਹਨਾਂ ਨੂੰ ਕੰਸੀਡਰ ਕਰ ਸਕਦੇ ਹੋ। 30 ਆਰ ਪਰ ਵੀਕ ਦੇ ਕੰਟੈਕਟ ਆਰ ਹੈ ਤਾਂ ਕੰਸੀਡਰ ਕਰ ਸਕਦੇ ਹੋ। ਤੁਸੀਂ ਕੀ ਕੰਸੀਡਰ ਨਹੀਂ ਕਰ ਸਕਦੇ, ਅਗਰ ਤੁਸੀਂ ਵੋਲੰਟੀਅਰ ਕੰਮ ਕਰ ਰਹੇ ਸੀ, ਤੁਹਾਨੂੰ ਪੈਸੇ ਨਹੀਂ ਦਿੱਤੇ ਗਏ ਇਹਦੇ ਵਿੱਚ ਕੰਮ ਕਰਨ ਲਈ, ਤਾਂ ਤੁਸੀਂ ਕੰਸੀਡਰ ਨਹੀਂ ਕਰ ਸਕਦੇ। ਦੂਸਰਾ, ਅਗਰ ਤੁਸੀਂ ਸੈਲਫ ਇੰਪਲੋਇਡ ਹੈਗੇ ਹੋ ਤੁਸੀਂ ਤਾਂ ਵੀ ਇਹਨੂੰ ਕੰਸੀਡਰ ਨਹੀਂ ਕਰ ਸਕਦੇ। ਪਾਰਟ ਟਾਈਮ ਜਾਂ ਸੀਜ਼ਨਲ ਵਰਕਰ ਵੀ ਆਪਣਾ ਐਕਸਪੀਰੀਅੰਸ ਇਸ ਪ੍ਰੋਗਰਾਮ ਲਈ ਕੰਸੀਡਰ ਜੋ ਹੈ ਉਹ ਨਹੀਂ ਕਰ ਸਕਦੇ। ਸੋ ਇਹ ਤਾਂ ਪੁਆਇੰਟ ਸੀ ਵਰਕ ਪਰਮਿਟ ਦਾ। ਨੈਕਸਟ ਪੁਆਇੰਟ ਮੈਂ ਤੁਹਾਡੇ ਨਾਲ ਡਿਸਕਸ ਕਰੂੰਗਾ ਜੌਬ ਆਫਰ ਦਾ। ਇਹ ਪੁਆਇੰਟ ਹੈ ਵੇ ਜਿਹਦੇ ਬੇਸ ਦੇ ਉੱਤੇ ਤੁਸੀਂ ਕੈਨੇਡਾ ਦੇ ਵਿੱਚ ਆ ਸਕਦੇ ਹੋ, ਇਸ ਪ੍ਰੋਗਰਾਮ ਦੇ ਅੰਡਰ ਆ ਸਕਦੇ ਹੋ। ਜਾਂ ਤਾਂ ਤੁਸੀਂ ਵਰਕ ਪਰਮਿਟ ਖੁਦ ਅਰੇਂਜ ਕਰ ਲਓ, ਜਾਂ ਵਰਕ ਪਰਮਿਟ ਲਈ ਤੁਸੀਂ ਸਿਲਵਰ ਮੈਪਲ ਦੀ ਟੀਮ ਦੇ ਨਾਲ ਕੋਆਰਡੀਨੇਟ ਕਰ ਸਕਦੇ ਹੋ। ਅਸੀਂ ਤੁਹਾਨੂੰ ਪ੍ਰੋਪਰ ਚੈਨਲ ਗਾਈਡ ਕਰਾਂਗੇ ਜਿਹਦੇ ਥਰੂ ਤੁਸੀਂ ਆਪਣਾ ਆਕੂਪੇਸ਼ਨ ਦੇ ਅਕੋਰਡਿੰਗ ਇੰਪਲੋਇਰ ਤੱਕ ਡਾਇਰੈਕਟਲੀ ਕੰਟੈਕਟ ਕਰ ਸਕਦੇ ਹੋ। ਹੁਣ ਜੌਬ ਆਫਰ ਦੀ ਅਗਰ ਗੱਲ ਕਰੀਏ ਤਾਂ ਤੁਹਾਡੇ ਕੋਲ ਜੈਨੂਇਨ ਜੌਬ ਆਫਰ ਹੋਣੀ ਚਾਹੀਦੀ ਹੈ। ਜੈਨੂਇਨ ਜੌਬ ਆਫਰ ਦੀ ਡੈਫੀਨੇਸ਼ਨ ਤੁਹਾਨੂੰ ਦੱਸ ਦੇਣਾ। ਤੁਹਾਡੀ ਜੌਬ ਆਫਰ ਜਿਹੜੇ ਆਕੂਪੇਸ਼ਨ ਮੈਂ ਤੁਹਾਡੇ ਨਾਲ ਹੁਣੇ ਡਿਸਕਸ ਕੀਤੇ, NA ICS ਦੇ ਅਕੋਰਡਿੰਗ ਐਂਡ ਨੌਕ ਕੋਡ ਦੇ ਅਕੋਰਡਿੰਗ, ਉਹਦੇ ਅਕੋਰਡਿੰਗ ਹੀ ਤੁਹਾਡੇ ਕੋਲ ਜੌਬ ਆਫਰ ਹੋਣਾ ਚਾਹੀਦਾ। ਕਿਸੇ ਹੋਰ ਇੰਡਸਟਰੀ ਦਾ ਜੌਬ ਆਫਰ ਐਕਸੈਪਟੇਬਲ ਨਹੀਂ ਹੋਏਗਾ। ਦੂਸਰਾ, ਤੁਹਾਡੀ ਇੰਪਲੋਇਮੈਂਟ ਫੁੱਲ ਟਾਈਮ ਹੋਣੀ ਚਾਹੀਦੀ ਹੈ। ਕਹਿਣ ਦਾ ਮਤਲਬ 30 ਘੰਟੇ ਪਰ ਵੀਕ ਤੁਹਾਨੂੰ ਕੰਮ ਜੋ ਹੈ ਉਹ ਮਿਲਣਾ ਚਾਹੀਦਾ ਹੈ। ਤੁਹਾਡੀ ਜੌਬ ਆਫਰ ਉੱਪਰ ਇਹ ਸਾਰੀ ਡਿਟੇਲ ਮੈਂਸ਼ਨ ਹੋਣੀ ਚਾਹੀਦੀ ਹੈ। ਤੀਸਰਾ, ਜੌਬ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਨੌਨ ਸੀਜ਼ਨਲ ਵਰਕਰ ਦੀ ਹੋਣੀ ਚਾਹੀਦੀ ਹੈ, ਨਾ ਕਿ ਸੀਜ਼ਨਲ ਵਰਕਰ ਦੀ। ਇਹਦਾ ਮਤਲਬ ਹੁੰਦਾ ਹੈ ਤੁਸੀਂ ਕੰਸਿਸਟੈਂਟਲੀ ਸੈਲਰੀ ਮਿਲੇਗੀ, ਰੈਗੂਲਰਲੀ ਸ਼ੈਡਿਊਲਡ ਤੁਹਾਨੂੰ ਸੈਲਰੀ ਜੋ ਹੈ ਉਹ ਮਿਲੇਗੀ। ਫੋਰਥ ਟਰਮ ਹੈ ਤੁਹਾਡੀ ਇੰਪਲੋਇਮੈਂਟ ਪਰਮਾਨੈਂਟ ਹੋਣੀ ਚਾਹੀਦੀ ਹੈ। ਪਰਮਾਨੈਂਟ ਇੰਪਲੋਏ ਦਾ ਮਤਲਬ ਇਹਦੇ ਵਿੱਚ ਕੋਈ ਵੀ ਸੈਟ ਐਂਡ ਡੇਟ ਨਹੀਂ ਹੋਣੀ ਚਾਹੀਦੀ ਕਿ ਤੁਹਾਡੀ ਇੰਪਲੋਇਮੈਂਟ ਇਸ ਡੇਟ ਨੂੰ ਕੈਂਸਲ ਜੋ ਹੈ ਉਹ ਹੋ ਰਹੀ ਹੈ। ਫਿਫਥ ਪੁਆਇੰਟ ਹੈ, ਅਗਰ ਤੁਸੀਂ ਯੂਨੀਅਨਾਈਜ਼ਡ ਪੋਜੀਸ਼ਨ ਦੇ ਥਰੂ ਆ ਰਹੇ ਹੋ ਤਾਂ ਤੁਹਾਡੀ ਜੋ ਵੇਜਿਸ ਹੈ ਉਹ ਮੈਂਸ਼ਨ ਕੀਤੀ ਜਾਂਦੀ ਹੈ ਐਪਲੀਕੇਬਲ ਕਲੈਕਟਿਵ ਐਗਰੀਮੈਂਟ ਦੇ ਥਰੂ। ਅਗਰ ਤੁਸੀਂ ਨੌਨ ਯੂਨੀਅਨਾਈਜ਼ਡ ਪੋਜੀਸ਼ਨ ਦੇ ਥਰੂ ਆਉਂਦੇ ਹੋ ਤਾਂ ਤੁਹਾਨੂੰ ਵੇਜ ਵਾਸਤੇ ਆਪਣਾ ਜੌਬ ਬੈਂਕ ਵੇਜ ਸਿਸਟਮ ਚੈੱਕ ਕਰਨਾ ਚਾਹੀਦਾ ਹੈ। ਐਂਡ ਤੁਹਾਡੀ ਜਿਹੜੀ ਜੌਬ ਆਫਰ ਹੈ ਉਹ ਕਿਊਬੈਕ ਤੋਂ ਬਾਹਰ ਹੋਣੀ ਚਾਹੀਦੀ ਹੈ, ਕਿਉਂਕਿ ਕਿਊਬੈਕ ਦਾ ਸਿਸਟਮ ਡਿਫਰੈਂਟ ਰਹਿੰਦਾ ਹੈ। ਤੁਹਾਡੀ ਜੌਬ ਆਫਰ ਜੋ ਹੈ ਬਾਕੀ ਕੈਨੇਡਾ ਵਿੱਚ ਵੈਲਿਡ ਹੈ। ਅਗਰ ਤੁਸੀਂ ਵੀ ਇਹ ਜੌਬ ਕੋਡ ਚੈੱਕ ਕਰਨਾ ਚਾਹੁੰਦੇ ਹੋ, ਤੁਸੀਂ ਆਪਣਾ ਨੌਕ ਕੋਡ ਇੱਕ ਵਾਰ ਜ਼ਰੂਰ ਚੈੱਕ ਕਰੋ। ਨੌਕ ਕੋਡ 2021 ਦੇ ਅਕੋਰਡਿੰਗ ਚੈੱਕ ਕਰੋ। ਆਲਰੇਡੀ ਮੈਂ ਤੁਹਾਨੂੰ ਦੱਸ ਚੁੱਕਿਆ 16 ਨਵੰਬਰ 2022 ਤੋਂ ਨੌਕ ਕੋਡ ਜੋ ਹੈ ਉਹ ਕਾਫੀ ਜ਼ਿਆਦਾ ਚੇਂਜ ਹੋ ਚੁੱਕੇ ਹਨ। ਪਹਿਲਾਂ ਨੌਕ ਕੋਡ 2016 ਜੋ ਹੈ ਉਹ ਯੂਜ਼ ਕੀਤਾ ਜਾਂਦਾ ਸੀ। ਚਲੋ, ਮੈਂ ਤੁਹਾਨੂੰ ਦੋ ਪੁਆਇੰਟਸ ਮੇਜਰਲੀ ਇਹਦੇ ਵਿੱਚ ਐਕਸਪਲੇਨ ਕੀਤੇ ਹਨ। ਥਰਡ ਪੁਆਇੰਟ ਮੈਂ ਤੁਹਾਡੇ ਨਾਲ ਲੈਂਗੁਏਜ ਦੀ ਗੱਲ ਕਰਨਾ ਚਾਹੂੰਗਾ।
ਅਗਰ ਆਪਾਂ ਲੈਂਗੁਏਜ ਦੀ ਗੱਲ ਕਰੀਏ, ਤੁਹਾਡਾ CLB ਕੈਨੇਡੀਅਨ ਲੈਂਗੁਏਜ ਬੈਂਚਮਾਰਕ ਜੋ ਹੈ ਉਹ ਤੁਹਾਡਾ 4 ਹੋਣਾ ਚਾਹੀਦਾ ਹੈ। ਬਹੁਤ ਘੱਟ ਹੈ 4, ਈਜ਼ੀਲੀ ਸਕੋਰ ਕੀਤਾ ਜਾ ਸਕਦਾ ਹੈ। ਜਨਰਲ ਆਇਲਸ ਦਾ ਐਗਜ਼ਾਮ ਤੁਸੀਂ ਦੇ ਕੇ ਇਹ ਵਾਲਾ ਜੋ ਇਹ ਵਾਲਾ ਜੋ ਹੈ ਬੈਂਡ ਸਕੋਰ ਜੋ ਹੈ ਈਜ਼ੀਲੀ ਅਚੀਵ ਕਰ ਸਕਦੇ ਹੋ। ਸੋ ਇਹਦੇ ਵਿੱਚ ਬਾਕੀ ਐਗਜ਼ਾਮ ਜੋ ਹੈ ਉਹ ਵੀ ਕੰਸੀਡਰ ਕੀਤੇ ਜਾਂਦੇ ਨੇ। दूसरा, अगर तुसी सेलपिप ਦਾ एग्जाम ਦਿੰਨੇ ਹੋ, ਕੈਨੇਡੀਅਨ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਇੰਡੈਕਸ ਪ੍ਰੋਗਰਾਮ ਦਾ ਜਨਰਲ ਟੈਸਟ ਦਿੰਨੇ ਹੋ, ਉਹ ਕੰਸੀਡਰ ਕੀਤਾ ਜਾਏਗਾ। ਬਟ सेलपिप जनरल LS जो है वो कंसीडर नहीं किया जाएगा। इस तो अलावा फ्रेंच का TEF एग्जाम जो है वो भी तुहाडा जो है कंसीडर किया जाएगा। सो इस तो अलावा लैंग्वेज के पॉइंट तो अलावा तुहाडा लास्ट पॉइंट रह जाता है, सेकंड लास्ट पॉइंट रह जाता है एजुकेशनल रिक्वायरमेंट। अगर एजुकेशनल रिक्वायरमेंट की गल की जाए, तुहाडे कोल कैनेडियन हाई स्कूल डिप्लोमा होना चाहिए। अगर तुहाडे कोल कैनेडियन हाई स्कूल डिप्लोमा नहीं है तो तुसी अपनी इंडिया तो अगर कोई स्टडी की है तो तुसी अपनी ECA करवा सकते हो, एजुकेशन क्रेडेंशियल असेसमेंट करा सकते हो। तुहाडे कोल अगर एग्रीकल्चर तो रिलेटेड कोई भी डिप्लोमा है, सैकेंडरी डिप्लोमा है, तो तुसी अपनी ECA करवा सकते हो। उस ECA रिपोर्ट नूं तुहानूं उस ECA रिपोर्ट की तुहानूं लोड़ पेगी जदों तुसी इहदे वास्ते PR की फाइलिंग करोगे। लास्ट पॉइंट है तुहानूं अपने सैटलमेंट ऑफ फंड्स जो है वो शो करने पैणगे। सैटलमेंट ऑफ फंड्स काफी ज्यादा रिक्वायर्ड रहंदे हैं जदों तुसी PR ਲਈ अप्लाई करते हो। अगर तुसी सिंगल पर्सन अप्लाई कर रहे हो, $13,757 $13,757 जो है और रिक्वायर्ड है। अगर अपनी फैमिली के नाल, अपनी स्पाउस के नाल आ रहे हो, 17,127 जो है वो तुहानूं रिक्वायर्ड है। बाकी इस टेबल के थ्रू तुसी पूरी इंफॉर्मेशन ले सकते हो अपने फैमिली मैंबर्स के अकॉर्डिंग किन्ने फंड्स की जो है वो रिक्वायरमेंट रहेगी। नाउ ये तो सी प्रॉपर PR का प्रोसैस। ਇਹਦੇ ਵਿੱਚ ਇੱਕ ਪੁਆਇੰਟ ਆਂਦਾ ਹੈ ਕਿ ਤੁਹਾਨੂੰ ਜੌਬ ਆਫਰ ਕਿੱਦਾਂ ਮਿਲੇਗੀ। ਦੇਖੋ ਜੌਬ ਆਫਰ ਲੈਣਾ ਕੋਈ ਮੁਸ਼ਕਿਲ ਟਾਸਕ ਨਹੀਂ ਹੈ, ਨਾ ਹੀ ਉਹ ਇੰਨਾ ਈਜ਼ੀ ਟਾਸਕ ਹੈ। ਜੌਬ ਆਫਰ ਤੁਸੀਂ ਲੈ ਸਕਦੇ ਹੋ। ਤੁਸੀਂ ਆਪਣੀ ਪ੍ਰੋਫਾਈਲ ਦੀ ਪਹਿਲਾਂ ਅਸੈਸਮੈਂਟ ਕਰਾਓ ਸਿਲਵਰ ਮੈਪਲ ਦੀ ਟੀਮ ਤੋਂ। ਅਸੈਸਮੈਂਟ ਕਰਾਉਣ ਤੋਂ ਬਾਅਦ ਅਸੀਂ ਤੁਹਾਡੀ ਹੈਲਪ ਕਰਾਂਗੇ ਤੁਹਾਡੀ ਪ੍ਰੋਫਾਈਲ ਕ੍ਰੀਏਟ ਕਰਨ ਦੇ ਵਿੱਚ, ਜੌਬ ਆਫਰ ਫਾਈਂਡ ਆਊਟ ਕਰਨ ਦੇ ਵਿੱਚ, ਇੰਪਲੋਇਰ ਨਾਲ ਕੰਟੈਕਟ ਕਰਨ ਦੇ ਵਿੱਚ। एंड जिवें ही तुहानूं जॉब ऑफर मिल जाएगी, तुहाडे इंप्लॉयर नूं कुछ फॉर्म्स जो है वो फिल करने पैणगे, जिवें कि IMM फॉर्म 0114, IMM 0115 फॉर्म जो है ये वाले फॉर्म जो है वो फिल करने पैणगे। बाकी डॉक्यूमेंटेशन लई असीं तुहाडी कंप्लीट हेल्प करांगे। अगर तुहानूं वीडियो चंगी लगी होवे तां तुसीं इहनूं लाइक भी कर सकते हो, सबसक्राइब भी कर सकते हो, अपने फ्रेंड्स दे नाल शेयर भी कर सकते हो। सो इस तरह की इंफॉर्मेशन लई ਤੁਸੀਂ ਸਾਡੀ ਟੀਮ ਦੇ ਨਾਲ ਦੁਬਾਰਾ ਕੰਟੈਕਟ ਕਰ ਸਕਦੇ ਹੋ। ਧੰਨਵਾਦ।